मैं डॉक्टर सुरजीत सिंह मनास फसल विग्यानी विभाग फसल विज्ञान विभाग ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਮੈਂ ਤੁਹਾਨੂੰ ਫਸਲਾਂ ਦੇ ਬਾਰੇ ਦੇ ਵਿੱਚ ਅੱਡ-ਅੱਡ ਨੁਕਤੇ ਦੇ ਬਾਰੇ 'ਚ ਦੱਸੂਗਾ, ਜਿਸ ਦੇ ਵਿੱਚ ਪਹਿਲੇ ਅਸੀਂ ਗੱਲ ਕਰਾਂਗੇ ਪਾਣੀ ਪ੍ਰਬੰਧ ਦੇ ਬਾਰੇ 'ਚ। ਅਸੀਂ ਪਹਿਲੇ ਸੂਰਜਮੁਖੀ ਦੇ ਵਿੱਚ ਸਿੰਚਾਈ ਦੇ ਬਾਰੇ 'ਚ ਗੱਲ ਕਰਾਂਗੇ। ਸੂਰਜਮੁਖੀ ਦੇ ਵਿੱਚ ਯੂਨੀਵਰਸਿਟੀ ਵੱਲੋਂ ਤੁਪਕਾ ਸਿੰਚਾਈ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਪਾਣੀ ਦੀ ਬਚਤ 33% ਹੈ ਅਤੇ ਖਾਦਾਂ ਦੀ ਬਚਤ ਜਿਹੜੀ ਉਹ 20% ਹੈ। ਜੇਕਰ ਅਸੀਂ ਆਮ ਸਿੰਚਾਈ ਨਾਲ ਇਹਨੂੰ ਦੇਖੀਏ, ਇਸ ਕਰਕੇ ਜੇਕਰ ਤੁਸੀਂ ਇਹਦੇ ਵਿੱਚ ਦੇਖੋਗੇ ਝਾੜ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੁੰਦਾ ਹੈ, ਕਿਉਂਕਿ ਜਿਹੜਾ ਆਪਣਾ ਫਸਲ ਦੀ ਖਾਦਾਂ ਦੀ ਲੈਣ ਦੀ ਸ਼ਮਤਾ ਤੁਪਕਾ ਸਿੰਚਾਈ ਦੇ ਵਿੱਚ ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਇਹ ਪ੍ਰਦਰਸ਼ਨੀ ਪਲਾਟ ਅਸੀਂ ਬੈੱਡ 'ਤੇ ਬੀਜਿਆ ਹੋਇਆ ਸੂਰਜਮੁਖੀ ਦਾ, ਜਿਹਦੇ ਵਿੱਚ ਅਸੀਂ ਖਾਲੀਆਂ ਵਿੱਚ ਪਾਣੀ ਲਾਉਂਦੇ ਹਾਂ। ਜੇਕਰ ਅਸੀਂ ਦੇਖਿਆ ਕਿ ਅਗਰ ਅਸੀਂ ਖਾਲੀਆਂ ਵਿੱਚ ਵੀ ਪਾਣੀ ਲਾਉਂਦੇ ਹਾਂ ਤਾਂ ਤੁਪਕਾ ਸਿੰਚਾਈ ਦਾ ਵਿੱਚ ਇਸ ਤੋਂ ਵੀ ਜ਼ਿਆਦਾ ਪਾਣੀ ਬਚਦਾ, ਔਰ ਤੁਸੀਂ ਫਸਲ ਦੇਖੋਗੇ ਅਤੇ ਜਿਹੜੀ ਤੁਪਕਾ ਸਿੰਚਾਈ ਵਾਲੀ ਹੈ ਉਹ ਵਧੀਆ ਹੁੰਦੀ ਹੈ। ਹੁਣ ਅਸੀਂ ਬਹਾਰ ਰੁੱਤ ਦੀ ਮੱਕੀ ਦੇ ਬਾਰੇ 'ਚ ਗੱਲ ਕਰਾਂਗੇ, ਜਿਹਦੇ ਵਿੱਚ ਅਸੀਂ ਜੇਕਰ ਦੇਖਿਆ ਕਿ ਜੇਕਰ ਅਸੀਂ ਆਮ ਵਿਧੀ ਨਾਲ ਪਾਣੀ ਲਾਉਂਦੇ ਹਾਂ ਤਾਂ ਸਾਡੇ 10 ਤੋਂ 12 ਪਾਣੀ ਲੱਗਦੇ ਹਨ, ਲੇਕਿਨ ਅਸੀਂ ਅਗਰ ਤੁਪਕਾ ਸਿੰਚਾਈ ਨਾਲ ਇਹਦੀ ਸਿੰਚਾਈ ਕਰੀਏ ਅਤੇ ਅਸੀਂ ਪਾਣੀ ਦੀ ਬਚਤ 40% ਤੱਕ ਕਰ ਸਕਦੇ ਹਾਂ, ਔਰ ਖਾਦਾਂ ਦੀ ਜਿਹੜੀ ਬਚਤ ਹੈ ਉਹ 20% ਤੱਕ ਹੋ ਸਕਦੀ ਹੈ। ਇਸ ਕਰਕੇ ਮੱਕੀ ਸਾਉਣੀ ਦੀ ਜਿਹਦੇ ਵਿੱਚ ਪਾਣੀ ਕਾਫੀ ਜ਼ਿਆਦਾ ਲੱਗਦਾ, ਅਗਰ ਅਸੀਂ ਆਮ ਵਿਧੀ ਨਾਲ ਲਾਈਏ ਤਾਂ ਸਾਨੂੰ ਤੁਪਕਾ ਸਿੰਚਾਈ ਨਾਲ ਹੀ ਮੱਕੀ ਦੀ ਕਾਸ਼ਤ ਕਰਨੀ ਚਾਹੀਦੀ। ਇਹ ਪ੍ਰਦਰਸ਼ਨੀ ਪਲਾਟ ਆਮ ਸਿੰਚਾਈ ਨਾਲ ਕਾਸ਼ਤ ਕੀਤਾ ਗਿਆ ਹੈ, ਇਹਦੇ ਵਿੱਚ ਤੁਸੀਂ ਦੇਖੋਗੇ ਮੱਕੀ ਦਾ ਕੱਦ ਵੀ ਘੱਟ ਹੈ, ਕਿਉਂਕਿ ਜਿਸ ਟਾਈਮ ਅਸੀਂ ਖਾਲੀਆਂ ਵਿੱਚ ਪਾਣੀ ਲਾਉਂਦੇ ਹਾਂ ਅਤੇ ਥੋੜ੍ਹਾ ਜਿਹਾ ਕਰੰਡ ਹੋ ਜਾਂਦਾ, ਉਹਦੇ ਕਰਕੇ ਮੱਕੀ ਦੀ ਹਾਈਟ ਕੱਦ 'ਤੇ ਫਰਕ ਪੈਂਦਾ ਹੈ। ਇਸ ਕਰਕੇ ਅਗਰ ਅਸੀਂ ਤੁਪਕਾ ਸਿੰਚਾਈ ਨਾਲ ਸਿੰਚਾਈ ਕਰਦੇ ਹਾਂ ਅਤੇ ਤੁਹਾਡੀ ਮੱਕੀ ਦੀ ਹਾਈਟ ਵਧੀਆ ਹੁੰਦੀ ਹੈ, ਔਰ ਮੱਕੀ ਦਬਦੀ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੁਪਕਾ ਸਿੰਚਾਈ ਦੇ ਵਿੱਚ 2 ਤਰੀਕੇ ਨਾਲ ਸਿੰਚਾਈ ਕੀਤੀ ਜਾਂਦੀ ਹੈ। ਇੱਕ ਤੁਪਕਾ ਸਿੰਚਾਈ ਧਰਤੀ ਦੀ ਸਤਹ ਹੇਠ ਕਰਦੇ ਹਾਂ ਅਤੇ ਇੱਕ ਸਤਹ ਉੱਤੇ। ਅਤੇ ਜਿਹੜੀ ਆਪਣੀ ਮੱਕੀ ਕਣਕ ਗਰਮ ਰੁੱਤ ਦੀ ਮੂੰਗੀ ਦੇ ਵਿੱਚ ਧਰਤੀ ਦੀ ਸਤਹ ਹੇਠ ਤੁਪਕਾ ਸਿੰਚਾਈ ਦੀ ਸਿਫਾਰਿਸ਼ ਹੈ, ਉਹਦੇ ਵਿੱਚ ਪਾਣੀ ਦੀ ਬਚਤ 29% ਅਤੇ ਖਾਦਾਂ ਦੀ ਬਚਤ 20% ਅਤੇ ਝਾੜ ਵਿੱਚ ਵਾਧਾ 18% ਹੁੰਦਾ ਹੈ। ਅਗਰ ਅਸੀਂ ਸਤਹ ਹੇਠ ਵਾਲੀ ਅਤੇ ਸਤਹ 'ਤੇ ਉੱਤੇ ਪਾਉਣ ਵਾਲੀ ਤੁਪਕਾ ਸਿੰਚਾਈ ਦੀ ਤੁਲਨਾ ਕਰੀਏ ਤਾਂ ਇਹਦੇ ਵਿੱਚ ਸਾਨੂੰ ਸਿਰਫ ਇੱਕ ਹੀ ਵਾਰ ਪਾਈਪਾਂ ਪਾਉਣੇ ਪੈਂਦੀਆਂ ਨੇ ਥੱਲੇ ਜ਼ਮੀਨ ਦੇ, ਫਿਰ ਅਸੀਂ ਲਗਾਤਾਰ ਉੱਪਰ ਫਸਲ ਬੀਜੀ ਜਾਂਦੇ ਹਾਂ ਅਤੇ ਪਾਈਪਾਂ ਵਾਰ-ਵਾਰ ਪਾਉਣ ਦੀ ਲੋੜ ਨਹੀਂ ਹੈਗਾ। ਧਰਤੀ ਦੀ ਸਤਹ ਹੇਠ ਤੁਪਕਾ ਸਿੰਚਾਈ ਨਰਮਾ ਕਣਕ ਦੇ ਵਿੱਚ ਇਸੀ ਸਾਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਇਹਦੇ ਵਿੱਚ ਜੇਕਰ ਅਸੀਂ ਫਸਲੀ ਪ੍ਰਣਾਲੀ ਨਰਮਾ ਕਣਕ ਦੇ ਵਿੱਚ ਦੇਖੀਏ ਤਾਂ ਪਾਣੀ ਦੀ ਬਚਤ 49% ਹੈ, ਖਾਦਾਂ ਦੀ ਬਚਤ 10% ਹੈ, ਝਾੜ ਵਿੱਚ ਵਾਧਾ 21% ਹੈ। ਕਣਕ ਝੋਨੇ ਫਸਲੀ ਚੱਕਰ ਦੇ ਵਿੱਚ ਪਰਾਲੀ ਨੂੰ ਸੰਭਾਲਣ ਲਈ ਯੂਨੀਵਰਸਿਟੀ ਵੱਲੋਂ ਅੱਡ-ਅੱਡ ਤਕਨੀਕਾਂ ਦਿੱਤੀਆਂ ਗਈਆਂ ਨੇ ਆਪਣੀ ਕਣਕ ਦੀ ਬਿਜਾਈ ਲਈ। ਉਹਦੇ ਵਿੱਚ ਪਹਿਲੀ ਤਕਨੀਕ ਹੈਪੀ ਸੀਡਰ ਹੈ। ਹੈਪੀ ਸੀਡਰ ਦੀ ਬਿਜਾਈ ਅਸੀਂ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਕਰ ਸਕਦੇ ਹਾਂ, ਲੇਕਿਨ ਅਗਰ ਅਸੀਂ ਇਹਨੂੰ 25 ਨਵੰਬਰ ਤੱਕ ਕਰ ਦਈਏ ਤਾਂ ਇਹ ਵਧੀਆ ਰਹਿੰਦੀ ਹੈ। ਇਹਦੇ ਵਿੱਚ ਸਾਨੂੰ 1-2 ਗੱਲ ਦਾ ਧਿਆਨ ਰੱਖਣਾ ਪੈਣਾ। ਇੱਕ ਕਿ ਖੇਤ ਦੇ ਵਿੱਚ ਨਮੀ ਹੈ ਉਹ ਵਧੀਆ ਹੋਏ ਬਿਜਾਈ ਦੇ ਸਮੇਂ, ਤਾਂ ਕਿ ਉੱਗਣ 'ਚ ਕੋਈ ਕਣਕ ਨੂੰ ਸਮੱਸਿਆ ਨਾ ਆਵੇ। ਅਤੇ ਦੂਜਾ, ਕਿਉਂਕਿ ਇਹਦੇ ਸਿਹਾੜ ਖੁੱਲ੍ਹੇ ਹੁੰਦੇ ਨੇ, ਇਸ ਕਰਕੇ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੈਂਦੀ ਹੈ, ਅਤੇ ਇਸੀ ਲਈ ਇਹਦੇ ਵਿੱਚ ਬੱਤਰ ਵਧੀਆ ਹੋਣਾ ਚਾਹੀਦਾ। ਯੂਨੀਵਰਸਿਟੀ ਵੱਲੋਂ ਦੂਜੀ ਤਕਨੀਕ ਸਿਫਾਰਿਸ਼ ਕੀਤੀ ਗਈ ਆ ਉਹ ਹੈ ਸੁਪਰ ਸੀਡਰ। ਸੁਪਰ ਸੀਡਰ ਦੇ ਵਿੱਚ ਅਗਰ ਅਸੀਂ ਹੈਪੀ ਸੀਡਰ ਨਾਲ ਦੇਖੀਏ, ਇਹਦੇ ਵਿੱਚ ਸੁਪਰ ਸੀਡਰ ਇਹ ਖੇਤ ਨੂੰ ਥੋੜ੍ਹਾ ਜਿਹਾ ਵਾਹ ਦਿੰਦਾ ਹੈ, ਉਹਦੇ ਕਰਕੇ ਰਹਿੰਦ ਖੂੰਹਦ ਹੈ ਉਹ 20 ਤੋਂ 25% ਹੀ ਉੱਤੇ ਰਹਿੰਦਾ ਹੈ, ਅਤੇ ਇਸ ਕਰਕੇ ਇਹਦੇ ਵਿੱਚ ਕਣਕ ਨੂੰ ਹਰੇ ਹੋਣ 'ਚ ਕੋਈ ਦਿੱਕਤ ਨਹੀਂ ਆਉਂਦੀ। ਇਹਦੇ ਵਿੱਚ ਵੀ ਸਾਨੂੰ 1-2 ਗੱਲ ਦਾ ਧਿਆਨ ਰੱਖਣਾ ਚਾਹੀਦਾ, ਜਿਹੜਾ ਕਿ ਸਭ ਤੋਂ ਜ਼ਰੂਰੀ ਹੈ
ਕਿ ਜਿਸ ਟਾਈਮ ਅਸੀਂ ਬਿਜਾਈ ਕਰਨੀ ਆ ਉਸ ਟਾਈਮ ਖੇਤ ਦੇ ਵਿੱਚ ਨਮੀ ਜਿਹੜੀ ਹੈ ਉਹ ਵਧੀਆ ਹੋਵੇ। ਇੱਕ ਤਰੀਕਾ ਹੋਰ ਹੈ ਪਰਾਲੀ ਨੂੰ ਜਿਹੜਾ ਸੰਭਾਲਣ ਦਾ, ਉਹ ਹੈ ਪਰਾਲੀ ਖੇਤ ਵਿੱਚ ਵਾਹ ਕੇ। ਇਹ ਕਾਫੀ ਪੁਰਾਣੀ ਆਪਣੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ। ਜੇਕਰ ਅਸੀਂ ਇਹਦੇ ਵਿੱਚ ਦੇਖੀਏ ਥੋੜ੍ਹਾ ਜਿਹਾ ਸਾਡਾ ਕਾਸਤ ਜਿਸ ਟਾਈਮ ਕਰਦੇ ਹਾਂ ਉਹਦੇ ਵਿੱਚ ਖਰਚਾ ਵੱਧ ਜਾਂਦਾ, ਇਸ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਹੈ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਹੀ ਬਿਜਾਈ ਕਰਨੀ ਚਾਹੀਦੀ। ਅਤੇ ਦੂਜਾ ਅਸੀਂ ਜੇਕਰ ਦੇਖੀਏ ਝਾੜ ਦਾ ਵਿੱਚ ਕੋਈ ਇਹਦੇ 'ਚ ਫਰਕ ਨਹੀਂ ਆਉਂਦਾ, ਚਾਹੇ ਪਰਾਲੀ ਖੇਤ ਦਾ ਵਿੱਚ ਰੱਖੀਏ ਵਾਹ ਕੇ ਕਰੀਏ ਅਤੇ ਜਾਂ ਫਿਰ ਅਸੀਂ ਪਰਾਲੀ ਨੂੰ ਬਾਹਰ ਕੱਢ ਦਈਏ। ਇਹ ਦੇਖਿਆ ਗਿਆ ਹੈ ਕਿ 3-4 ਸਾਲ ਦਾ ਬਾਅਦ 'ਚ ਤੁਹਾਡਾ ਜਿਹੜਾ ਹੈ ਝਾੜ ਦਾ ਵਿੱਚ ਵਾਧਾ ਹੋਣਾ ਸਟਾਰਟ ਹੋ ਜਾਂਦਾ ਹੈ। ਹੁਣ ਅਸੀਂ ਨਦੀਨਾਂ ਦੀ ਰੋਕਥਾਮ ਬਾਰੇ 'ਚ ਗੱਲ ਕਰਦੇ ਹਾਂ। ਇਹਦੇ ਵਿੱਚ ਇਹ ਦੇਖਿਆ ਕਿ ਜੇਕਰ ਅਸੀਂ ਨਦੀਨਾਂ ਨੂੰ ਨਹੀਂ ਰੋਕਦੇ ਹਾਂ, ਨਹੀਂ ਉਹਨਾਂ ਦਾ ਹੱਲ ਕਰਦੇ ਹਾਂ, ਅਤੇ ਸਾਡੇ ਖੇਤ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਤੱਤਵ ਅਤੇ ਨਦੀਨ ਲੈਂਦੇ ਹੀ ਲੈਂਦੇ ਆ। ਨਾਲ ਹੀ ਦੇਖਿਆ ਗਿਆ ਹੈ ਕਿ ਜਿੱਥੇ ਨਦੀਨ ਕਾਫੀ ਜ਼ਿਆਦਾ ਹੋ ਜਾਂਦੇ ਨੇ ਉੱਥੇ ਕਣਕ ਦਾ ਡਿੱਗਦੀ ਵੀ ਜ਼ਿਆਦਾ ਹੈ। ਇਸ ਕਰਕੇ ਸਾਨੂੰ ਜਿਹੜਾ ਹੈ ਅੱਡ ਅੱਡ ਨਦੀਨਨਾਸ਼ਕ ਵਰਤ ਕੇ ਕਣਕ ਦੇ ਵਿੱਚ ਨਦੀਨਾਂ ਨੂੰ ਰੋਕਣਾ ਚਾਹੀਦਾ। ਕਣਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਅੱਡ ਅੱਡ ਨਦੀਨਨਾਸ਼ਕਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਕੁਛ ਅਸੀਂ ਬਿਜਾਈ ਦੇ ਸਮੇਂ ਵਰਤਦੇ ਹਾਂ ਅਤੇ ਕੁਛ ਅਸੀਂ ਬਿਜਾਈ ਦੇ ਕੁਛ ਦਿਨਾਂ ਬਾਅਦ ਵਰਤਦੇ ਹਾਂ। ਇਹਨਾਂ ਵਿੱਚ ਜੇ ਅਸੀਂ ਦੇਖਿਆ ਹੈ ਕਿ ਜਿਹੜੇ ਬਿਜਾਈ ਦੇ ਸਮੇਂ ਜੇਕਰ ਅਸੀਂ ਵਰਤੀਏ, ਜਿੱਥੇ ਤੁਹਾਡਾ ਖੇਤ ਦਾ ਵਿੱਚ ਚਾਹੇ ਪਰਾਲੀ ਵਾਹੀ ਹੈ ਅਤੇ ਚਾਹੇ ਤੁਹਾਡਾ ਪਰਾਲੀ ਨੂੰ ਬਾਹਰ ਕੱਢਿਆ ਹੋਇਆ, ਉੱਥੇ ਅਵਕੀਰਾ 85 WG 60 ਗ੍ਰਾਮ ਪ੍ਰਤੀ ਏਕੜ ਅਗਰ ਅਸੀਂ ਵਰਤਦੇ ਹਾਂ ਬਿਜਾਈ 'ਤੇ 2 ਦਿਨਾਂ ਦੇ ਅੰਦਰ, ਅਤੇ ਸਾਡੇ ਜਿਹੜੇ ਨੇ ਸਾਰੇ ਨਦੀਨਾਂ 'ਤੇ ਰੋਕਥਾਮ ਹੋ ਜਾਂਦੀ ਹੈ। ਇਹਨਾਂ ਵਿੱਚ ਜਿਹੜਾ ਹੈ ਜਿਹੜੀ ਗੱਲ ਦਾ ਧਿਆਨ ਰੱਖਣਾ ਹੈ ਉਹ ਹੈ ਕਿ ਬਿਜਾਈ ਦਾ ਸਮੇਂ ਖੇਤ ਦੇ ਵਿੱਚ ਜਿਸ ਟਾਈਮ ਨਮੀ ਹੋਣੀ ਚਾਹੀਦੀ ਹੈ, ਤਾਂ ਕਿ ਜਿਸ ਟਾਈਮ ਅਸੀਂ ਸਪਰੇਅ ਕਰਦੇ ਹਾਂ ਇਹਨਾਂ ਦੀ ਬਿਜਾਈ ਦੇ ਤੁਰੰਤ ਬਾਅਦ, ਅਤੇ ਉਸ ਸਮੇਂ ਵੱਤਰ ਵਧੀਆ ਹੋਏ, ਉਸ ਕਰਕੇ ਹੀ ਜਿਹੜਾ ਨਦੀਨਾਂ ਦੀ ਵਧੀਆ ਰੋਕਥਾਮ ਹੋਊਗੀ। ਬਿਜਾਈ ਦੇ ਸਮੇਂ ਰੋਕਥਾਮ ਤਾਈਂ ਇੱਕ ਹੋਰ ਨਦੀਨਨਾਸ਼ਕ ਪਲੇਟਫਾਰਮ 1 ਲੀਟਰ ਪ੍ਰਤੀ ਏਕੜ ਦੀ ਵੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ। ਅਤੇ ਅਗਰ ਅਸੀਂ ਇਹਨੂੰ ਪਲੇਟਫਾਰਮ ਨੂੰ ਵਰਤਦੇ ਹਾਂ ਬਿਜਾਈ ਦੇ ਸਮੇਂ, ਜਿਹਦੇ ਵਿੱਚ 2 ਸਾਲਟ ਹੁੰਦੇ ਨੇ, ਪੈਂਡੀਮੈਥਲਿਨ ਅਤੇ ਮੈਟਰੀਬਿਊਜ਼ਿਨ, ਇਹ ਵੀ ਨਦੀਨਾਂ ਨੂੰ ਕਾਫੀ ਵਧੀਆ ਤਰੀਕੇ ਨਾਲ ਕਾਬੂ ਕਰਦੇ ਨੇ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸਾਡੇ ਕੋਲ ਅੱਡ ਅੱਡ ਨਦੀਨਨਾਸ਼ਕ ਨੇ ਔਰ ਉਹਨਾਂ ਦੀ ਅੱਡ ਅੱਡ ਵਰਤੋਂ ਹੈ, ਲੇਕਿਨ ਅਸੀਂ ਜਿਹੜਾ ਹੈ ਅਗਰ ਸੰਯੁਕਤ ਨਦੀਨ ਪ੍ਰਬੰਧ ਕਣਕ ਦੀ ਫਸਲ 'ਚ ਕਰਦੇ ਹਾਂ ਅਤੇ ਸਾਨੂੰ ਜਿਹੜਾ ਹੈ ਕੁਛ ਸਮੇਂ ਦਾ ਬਾਅਦ 'ਚ 3-4 ਸਾਲ ਦਾ ਬਾਅਦ 'ਚ ਜਿਹੜਾ ਹੈ ਨਦੀਨਾਂ ਦਾ ਕਾਫੀ ਹੱਲ ਹੋ ਜਾਂਦਾ ਹੈ। ਇਹਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਹੈਪੀ ਸੀਡਰ ਨਾਲ ਅਗਰ ਅਸੀਂ ਬਿਜਾਈ ਕਰਦੇ ਹਾਂ ਉਹਦੇ ਵਿੱਚ ਵੀ ਨਦੀਨ ਘੱਟ ਨਿਕਲਦੇ ਆ। ਅਗਰ ਕੁਛ ਬਚ ਜਾਂਦੇ ਆ ਤਾਂ ਉਹਦੇ ਬਾਅਦ 'ਚ ਕੋਈ ਨਦੀਨਨਾਸ਼ਕ ਵਰਤ ਕੇ, ਜਿਸ ਤਰ੍ਹਾਂ ਇਸ ਪ੍ਰਦਰਸ਼ਨੀ ਪਾਠ 'ਚ ACM 9 240 ਗ੍ਰਾਮ ਵਰਤਿਆ ਅਤੇ ਉਹ ਵਰਤ ਕੇ ਕਾਬੂ ਕਰ ਲੈਣੇ ਚਾਹੀਦੇ। ਲੇਕਿਨ ਅਗਰ ਕੁਛ ਨਦੀਨ 1-2 ਕੁਛ ਵੀ ਬੂਟੇ ਰਹਿ ਜਾਂਦੇ ਨੇ, ਉਹਨਾਂ ਨੂੰ ਹੱਥ ਨਾਲ ਬਾਹਰ ਕੱਢ ਦਿਓ ਤਾਂ ਕਿ ਉਹਨਾਂ ਦਾ ਸੀਡ ਖੇਤ ਵਿੱਚ ਨਾ ਪਵੇ। ਇਸ ਤਰੀਕੇ ਨਾਲ ਅਸੀਂ ਦੇਖਿਆ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਨਦੀਨਾਂ ਨੂੰ ਕਾਬੂ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਦੇਖਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਕਾਫੀ ਜ਼ਿਆਦਾ ਪੰਜਾਬ 'ਚ ਬੀਜਿਆ ਗਿਆ ਸੀ। ਇਸ ਕਰਕੇ ਜਿਹੜੇ ਨੇ ਉਹਦੇ ਵਿੱਚ ਅਸੀਂ ਕਿਹੜੇ ਫਸਲੀ ਚੱਕਰ ਲਾ ਸਕਦੇ ਹਾਂ ਤਾਂ ਕਿ ਸਾਨੂੰ ਵੱਧ ਤੋਂ ਵੱਧ ਮੁਨਾਫਾ ਹੋਵੇ। ਉਸੇ ਤਰੀਕੇ ਨਾਲ ਯੂਨੀਵਰਸਿਟੀ ਵੱਲੋਂ ਇੱਕ ਫਸਲ ਪ੍ਰਣਾਲੀ ਝੋਨਾ ਸਿੱਧੀ ਬਿਜਾਈ ਅਤੇ ਆਲੂ ਅਤੇ ਮੈਂਥੇ ਦੀ ਸਿਫਾਰਿਸ਼ ਕੀਤੀ ਹੈ, ਜੋ ਕਿ ਅਸੀਂ ਝੋਨਾ ਜੂਨ ਦੇ ਪਹਿਲੇ 15ਵਾੜੇ ਦੇ ਵਿੱਚ ਅਤੇ ਆਲੂ ਜਿਹੜਾ ਉਹ ਜਾ ਕੇ ਅਕਤੂਬਰ ਦੇ ਲਾਸਟ ਦੇ ਵਿੱਚ ਬਿਜਾਈ ਕਰਦੇ ਹਾਂ, ਅਤੇ ਮੈਂਥੇ ਦੀ ਜਿਹੜੀ ਹੈ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਬਿਜਾਈ ਕਰਕੇ ਇਸ ਫਸਲੀ ਪ੍ਰਣਾਲੀ ਤੋਂ ਅਸੀਂ ਕਾਫੀ ਮੁਨਾਫਾ ਲੈ ਸਕਦੇ ਹਾਂ ਜੇਕਰ ਅਸੀਂ ਕਣਕ ਅਤੇ ਝੋਨੇ ਨਾਲ ਇਹਨੂੰ ਦੇਖੀਏ। ਇਸੇ ਤਰੀਕੇ ਨਾਲ ਝੋਨਾ, ਆਲੂ, ਪਿਆਜ਼ ਦੀ ਵੀ ਫਸਲੀ ਚੱਕਰ ਅਸੀਂ ਅਪਣਾ ਸਕਦੇ ਹਾਂ। ਇਹਦੇ ਵਿੱਚ ਵੀ ਅਸੀਂ ਇਹ ਦੇਖਿਆ ਕਿ ਕਣਕ ਝੋਨੇ ਫਸਲੀ ਚੱਕਰ ਤੋਂ ਕਾਫੀ ਜ਼ਿਆਦਾ ਮੁਨਾਫਾ ਹੁੰਦਾ ਹੈ। ਕਿਸਾਨ ਵੀਰੋ, ਅਗਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤੇ ਅਸੀਂ ਝਾੜ ਤੇ ਮੁਨਾਫੇ 'ਚ ਵਾਧਾ ਕਰ ਸਕਦੇ ਹਾਂ। ਧੰਨਵਾਦ।